ਅੱਜ ਆਪਾਂ ਪੋਲੀਟੀਕਲ ਦੀ ਦੂਜੀ ਕਲਾਸ ਸੰਵਿਧਾਨ ਦੇ ਬਾਰੇ ਅੱਗੇ ਜਾਣਕਾਰੀ ਪ੍ਰਾਪਤ ਕਰਾਂਗੇ। ਜੇ ਵੀਡੀਓਜ਼ ਵਧੀਆ ਲੱਗ ਰਹੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਬਾਕੀ ਇੱਕ ਆਪਣਾ ਫਾਇਰਮੈਨ ਦਾ ਪੇਪਰ ਹੋਣਾ ਹੈ, ਉਹਦੇ ਲਈ ਘੱਟੋ ਘੱਟ 7 ਜਾਂ 8 ਘੰਟੇ ਦੀ ਮੈਰਾਥਨ ਕਲਾਸ ਤੁਹਾਨੂੰ ਸੰਡੇ ਜਾਂ ਮੰਡੇ ਤੱਕ ਮਿਲ ਜਾਣੀ ਹੈ। ਜਿਸ ਨੇ ਵੀ ਫਾਇਰਮੈਨ ਦਾ ਪੇਪਰ ਦੇਣਾ ਹੈ ਉਹਦੇ ਲਈ ਸਭ ਇੰਪੋਰਟੈਂਟ ਗੱਲਾਂ ਮੈਰਾਥਨ ਕਲਾਸ ਦੇ ਵਿੱਚ ਮਿਲ ਜਾਣਗੀਆਂ। ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਸੰਵਿਧਾਨ ਸਭਾ ਦੀ ਤਾਕਤ 399 ਹੋਣੀ ਸੀ, ਮਤਲਬ ਸੰਵਿਧਾਨ ਸਭਾ ਦੇ ਟੋਟਲ ਮੈਂਬਰ 399 ਹੋਣੇ ਸੀ, ਜਿਨ੍ਹਾਂ ਦੇ ਵਿੱਚੋਂ 292 ਬ੍ਰਿਟਿਸ਼ ਭਾਰਤੀ ਪ੍ਰਾਂਤ ਦੇ ਵਿੱਚੋਂ ਅਤੇ 93 ਦੇਸੀ ਰਿਆਸਤਾਂ 'ਚੋਂ ਅਤੇ 4 ਚੀਫ ਕਮਿਸ਼ਨਰੀ ਪ੍ਰਾਂਤਾਂ ਦੇ ਵਿੱਚੋਂ ਹੋਣੇ ਸੀ। ਚੀਫ ਕਮਿਸ਼ਨਰੀ ਪ੍ਰਾਂਤ ਕਿਹੜੇ ਸੀ ਉਹ ਯਾਦ ਕਰਨ ਦੇ ਲਈ ABCD ਯਾਦ ਰੱਖਿਓ। A 'ਤੇ ਅਜਮੇਰ, B 'ਤੇ ਬਲੋਚਿਸਤਾਨ, C 'ਤੇ ਕੁਰਗ, D 'ਤੇ ਦਿੱਲੀ। 4 ਸੀ ਜੋ ਚੀਫ ਕਮਿਸ਼ਨਰੀ ਪ੍ਰਾਂਤ ਸੀ। ਦੋਨਾਂ ਨੂੰ ਮਿਲਾ ਕੇ 296 ਦੇ ਵਿੱਚ ਚੋਣਾਂ ਹੋਣੀਆਂ ਸੀਗੀਆਂ। ਸੰਵਿਧਾਨਕ ਅਸੈਂਬਲੀ ਦੀਆਂ ਚੋਣਾਂ 296 ਸੀਟਾਂ ਲਈ ਹੋਣੀਆਂ ਸੀਗੀਆਂ, ਜਿਹੜੀ ਕਿ ਜੁਲਾਈ ਅਗਸਤ 1946 ਨੂੰ ਹੋਈਆਂ। ਇਸ ਦੇ ਵਿੱਚ 296 ਦੇ ਵਿੱਚੋਂ ਇੰਡੀਅਨ ਨੈਸ਼ਨਲ ਕਾਂਗਰਸ, ਜਿਸ ਦੀ ਸਥਾਪਨਾ 1885 ਦੇ ਵਿੱਚ ਹੋਈ ਸੀ ਲਾਰਡ ਡਫਰਿਨ ਦੇ ਸਮੇਂ, A.O. ਹਿਊਮ ਨੇ ਕੀਤੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ 208 ਸੀਟਾਂ ਪ੍ਰਾਪਤ ਕੀਤੀਆਂ, ਜਿਸ ਦੇ ਵਿੱਚ ਮੁਸਲਿਮ ਲੀਗ ਨੇ 73 ਸੀਟਾਂ ਪ੍ਰਾਪਤ ਕੀਤੀਆਂ ਅਤੇ ਬਾਕੀ ਆਜ਼ਾਦ ਉਮੀਦਵਾਰਾਂ ਨੇ 15 ਸੀਟਾਂ ਪ੍ਰਾਪਤ ਕੀਤੀਆਂ ਸੀਗੀਆਂ। ਇਹਨਾਂ ਚੁਣੇ ਹੋਏ ਮੈਂਬਰਾਂ ਨੇ ਸੰਵਿਧਾਨ ਸਭਾ ਦਾ ਕੰਮ, ਜਦੋਂ ਸਾਰੀ ਸੰਵਿਧਾਨ ਸਭਾ ਚੁਣੀ ਗਈ 399 ਮੈਂਬਰ, ਉਹਨਾਂ ਨੂੰ ਜਾ ਕੇ ਇੱਕ ਬੈਠਕ ਜਾਂ ਪਹਿਲੀ ਮੀਟਿੰਗ ਕਰਨੀ ਸੀ। ਉਹ ਮੀਟਿੰਗ ਹੋਈ 9 ਦਸੰਬਰ 1946 ਨੂੰ। ਮੁਸਲਿਮ ਲੀਗ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਪਾਕਿਸਤਾਨ ਦੇ ਵੱਖਰੇ ਰਾਜ ਉੱਤੇ ਜ਼ੋਰ ਦਿੱਤਾ। ਇਸ ਤਰ੍ਹਾਂ ਮੀਟਿੰਗ ਦੇ ਵਿੱਚ 211 ਮੈਂਬਰ ਹੀ ਪੁੱਜੇ ਸੀ। ਮੀਟਿੰਗ ਦੇ ਵਿੱਚ ਪਹਿਲੀ ਵਾਰ ਇੱਕ ਪ੍ਰਧਾਨ ਚੁਣਿਆ ਗਿਆ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਉਮਰ ਦੇ ਪੁਰਾਣੇ ਮੈਂਬਰ ਡਾਕਟਰ ਸਚੀਦਾਨੰਦ ਨੂੰ 9 ਦਸੰਬਰ 1946 ਨੂੰ ਫ੍ਰੈਂਚ ਦੇ ਅਭਿਆਸ ਤੋਂ ਬਾਅਦ ਅਸੈਂਬਲੀ ਦਾ ਅਸਥਾਈ ਪ੍ਰਧਾਨ ਚੁਣਿਆ ਗਿਆ। 2 ਕੁਐਸਚਨ ਬਣਦੇ ਹੁੰਦੇ ਆ। ਪਹਿਲਾ, ਅਸਥਾਈ ਪ੍ਰਧਾਨ ਕੌਣ ਸੀ? ਸਚੀਦਾਨੰਦ ਸਿਨਹਾ। ਅਤੇ ਸਥਾਈ ਪ੍ਰਧਾਨ ਕੌਣ ਸੀ? ਡਾਕਟਰ ਰਾਜਿੰਦਰ ਪ੍ਰਸਾਦ, ਜਿਹਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ। ਉਸ ਤੋਂ ਬਾਅਦ ਦੂਜੀ ਮੀਟਿੰਗ 11 ਦਸੰਬਰ 1946 ਨੂੰ ਹੋਈ, ਜਿਹਦੇ ਵਿੱਚ ਅਸੈਂਬਲੀ ਦਾ ਸਥਾਈ ਪ੍ਰਧਾਨ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਚੁਣਿਆ ਗਿਆ। ਉਸ ਦੇ ਨਾਲ 2 ਉਪ ਪ੍ਰਧਾਨ ਵੀ ਚੁਣੇ ਗਏ, ਜੋ H.C. ਮੁਖਰਜੀ ਅਤੇ V.T. ਕ੍ਰਿਸ਼ਨਾਮਚਾਰੀ ਸੀ। ਦੂਜੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਅਸੈਂਬਲੀ ਵਿੱਚ 2 ਉਪ ਰਾਸ਼ਟਰਪਤੀ ਸਨ। ਕੌਣ? H.C. ਮੁਖਰਜੀ ਅਤੇ V.T. ਕ੍ਰਿਸ਼ਨਾਮਚਾਰੀਆ। ਹਾਥੀ ਨੂੰ ਸੰਵਿਧਾਨ ਸਭਾ ਦੇ ਪ੍ਰਤੀਕ ਵਜੋਂ ਅਪਣਾਇਆ ਗਿਆ ਸੀ, ਮਤਲਬ ਕਿ ਜਿਹੜੀ ਮੋਹਰ ਦਾ ਚਿੰਨ੍ਹ ਸੀ ਉਹ ਹਾਥੀ ਦਾ ਸੀ। ਸਰ V.N. ਰਾਓ ਨੂੰ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਜਾਂ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। H.V.R. ਅਯੰਗਰ ਨੂੰ ਸੰਵਿਧਾਨ ਸਭਾ ਦਾ ਸਕੱਤਰੇਤ ਜਾਂ ਸੈਕਟਰੀ ਬਣਾਇਆ ਗਿਆ। H.N. ਮੁਖਰਜੀ ਸੰਵਿਧਾਨ ਸਭਾ ਵਿੱਚ ਸੰਵਿਧਾਨ ਦੇ ਮੁੱਖ ਖਰੜੇ ਜਾਂ ਚੀਫ ਡਰਾਫਟਮੈਨ। ਸੰਵਿਧਾਨ ਸਭਾ ਦਾ ਚੀਫ ਡਰਾਫਟਮੈਨ ਕੌਣ ਸੀ? H.N. ਮੁਖਰਜੀ। ਪ੍ਰੇਮ ਬਿਹਾਰੀ ਨਾਰਾਇਣ ਰਾਇਜਾਦਾ ਭਾਰਤੀ ਸੰਵਿਧਾਨ ਦੇ ਮੁੱਖ ਬੰਧਕ ਸਨ। ਅਸਲ ਸੰਵਿਧਾਨ ਉਸ ਦੁਆਰਾ ਇੱਕ ਪ੍ਰਵਾਹਿਤ ਇਟਾਲਿਕ ਸ਼ੈਲੀ ਵਿੱਚ ਲਿਖਿਆ ਗਿਆ ਸੀ। ਅਸਲ ਸੰਸਕਰਣ ਨੰਦ ਲਾਲ ਬੋਸ ਅਤੇ ਵਿਓਹਾਰ ਰਾਮ ਮਨੋਹਰ ਸਿਨਹਾ ਸਮੇਤ ਸ਼ਾਂਤੀ ਨਿਕੇਤਨ ਦੇ ਕਲਾਕਾਰਾਂ ਦੁਆਰਾ ਸੁੰਦਰ ਅਤੇ ਸਜਾਏ ਗਏ ਸਨ। ਮਤਲਬ ਲਿਖਿਆ ਪ੍ਰੇਮ ਬਿਹਾਰੀ ਨਾਰਾਇਣ ਰਾਇਜਾਦਾ ਨੇ ਅਤੇ ਇਹਨੂੰ ਆਪਾਂ ਡਿਜ਼ਾਈਨ ਕਹਿ ਸਕਦੇ ਹਾਂ, ਜਾਂ ਇੱਕ ਤਰ੍ਹਾਂ ਦੀ ਜਿਲਦ ਚੜ੍ਹਾਉਣ ਦਾ ਕੰਮ ਜਾਂ ਇਹਨੂੰ ਡੈਕੋਰੇਟ ਕਰਨ ਦਾ ਕੰਮ ਕੀਤਾ ਸੀਗਾ ਨੰਦ ਲਾਲ ਬੋਸ ਅਤੇ ਰਾਮ ਮਨੋਹਰ ਸਿਨਹਾ ਨੇ। ਵਿਓਹਾਰ ਰਾਮ ਮਨੋਹਰ ਸਿਨਹਾ ਅਤੇ ਪ੍ਰੇਮ ਬਿਹਾਰੀ ਨਾਰਾਇਣ ਰਾਇਜਾਦਾ ਦੁਆਰਾ
ਅਸਲ ਪੇਸ਼ਕਾਰੀ, ਚਿੱਤਰ ਪ੍ਰਕਾਸ਼ਿਤ, ਸੁੰਦਰਤਾ ਅਤੇ ਸਜਾਵਟ ਕੀਤੀ ਗਈ। ਮੂਲ ਸੰਵਿਧਾਨ ਦੇ ਹਿੰਦੀ ਸੰਸਕਰਣ ਦੀ ਲਿਖਤ ਬਸੰਤ ਕ੍ਰਿਸ਼ਨ ਵੈਦਿਆ ਦੁਆਰਾ ਕੀਤੀ ਗਈ ਸੀ ਅਤੇ ਨੰਦ ਲਾਲ ਬੋਸ ਦੁਆਰਾ ਸਜਾਵਟ ਅਤੇ ਪ੍ਰਕਾਸ਼ਿਤ ਕੀਤੀ ਗਈ ਸੀ। 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਨੇ ਵਿਧਾਨ ਸਭਾ ਵਿੱਚ ਇਤਿਹਾਸਕ ਉਦੇਸ਼ ਮਤੇ ਨੂੰ ਅੱਗੇ ਤੋਰਿਆ, ਮਤਲਬ ਉਦੇਸ਼ ਪ੍ਰਸਤਾਵ ਨੂੰ ਪੇਸ਼ ਕੀਤਾ। ਇਸ ਨੇ ਸੰਵਿਧਾਨਕ ਢਾਂਚੇ ਦੇ ਬੁਨਿਆਦ ਅਤੇ ਦਰਸ਼ਨ ਦਿੱਤੇ। ਇਸ ਮਤੇ ਨੂੰ 22 ਜਨਵਰੀ 1947 ਨੂੰ ਅਸੈਂਬਲੀ ਨੇ ਸਰਬਸੰਮਤੀ ਨਾਲ ਅਪਣਾ ਲਿਆ ਸੀ। ਮਤਲਬ ਜੋ ਜਵਾਹਰ ਲਾਲ ਨਹਿਰੂ ਨੇ 13 ਦਸੰਬਰ 1946 ਨੂੰ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ਆਪਾਂ ਸੰਵਿਧਾਨ ਦੀ ਪ੍ਰਸਤਾਵਨਾ ਕਹਿ ਸਕਦੇ ਹਾਂ, ਉਸ ਨੂੰ ਅਪਣਾਇਆ ਗਿਆ 22 ਜਨਵਰੀ 1947 ਨੂੰ। ਇਸ ਨੇ ਇਸ ਦੇ ਸਾਰੇ ਪੜਾਵਾਂ ਰਾਹੀਂ ਸੰਵਿਧਾਨ ਦੇ ਆਕਾਰ ਨੂੰ ਬਦਲਣ 'ਤੇ ਪ੍ਰਭਾਵ ਪਾਇਆ। ਇਸ ਦਾ ਸੋਧਿਆ ਹੋਇਆ ਸੰਸਕਰਣ ਮੌਜੂਦਾ ਸੰਵਿਧਾਨ ਦੀ ਪ੍ਰਸਤਾਵਨਾ ਦਾ ਰੂਪ ਧਾਰਦਾ ਹੈ। ਡਾਕਟਰ BR ਅੰਬੇਦਕਰ ਨੇ 4 ਨਵੰਬਰ 1948 ਨੂੰ ਵਿਧਾਨ ਸਭਾ ਵਿੱਚ ਸੰਵਿਧਾਨ ਦਾ ਅੰਤਿਮ ਖਰੜਾ ਪੇਸ਼ ਕੀਤਾ ਗਿਆ। ਅਸੈਂਬਲੀ ਨੇ ਇਸ ਉੱਤੇ 5 ਦਿਨ ਯਾਨੀ ਕਿ 4 ਤੋਂ ਲੈ ਕੇ 9 ਨਵੰਬਰ ਤੱਕ ਆਮ ਵਿਚਾਰ ਵਟਾਂਦਰੇ ਕੀਤੇ, ਆਮ ਬਹਿਸ ਕੀਤੀ। ਦੂਜਾ ਪਾਠ 15 ਨਵੰਬਰ 1948 ਨੂੰ ਸ਼ੁਰੂ ਹੋਇਆ ਅਤੇ 17 ਅਕਤੂਬਰ 1949 ਨੂੰ ਖਤਮ ਹੋਇਆ। ਕੁੱਲ ਮਿਲਾ ਕੇ ਸੰਵਿਧਾਨ ਸਭਾ ਦੇ 2 ਸਾਲ 11 ਮਹੀਨੇ 18 ਦਿਨਾਂ ਦੌਰਾਨ 11 ਸੈਸ਼ਨ ਹੋਏ, ਜਦੋਂ ਕੁੱਲ 299 ਮੈਂਬਰਾਂ ਵਿੱਚੋਂ 284 ਮੈਂਬਰਾਂ ਨੇ ਦਸਤਖਤ ਕੀਤੇ। ਸੰਵਿਧਾਨ ਦੇ ਉੱਤੇ ਕੁੱਲ ਕਿੰਨੇ ਮੈਂਬਰਾਂ ਨੇ ਸਾਈਨ ਕੀਤੇ? 284। ਸੰਵਿਧਾਨ ਦੇ ਪਹਿਲਾਂ ਕੁੱਲ ਮੈਂਬਰ ਕਿੰਨੇ ਸੀ? 399। ਆਜ਼ਾਦੀ ਤੋਂ ਬਾਅਦ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਰਹੇ? 299। ਇਹਨਾਂ 299 ਦੇ ਵਿੱਚੋਂ 284 ਮੈਂਬਰਾਂ ਨੇ 24 ਨਵੰਬਰ 1949 ਨੂੰ ਸੰਵਿਧਾਨ ਦੇ ਉੱਪਰ ਦਸਤਖਤ ਕੀਤੇ ਸੀ। ਸੰਵਿਧਾਨ ਨਿਰਮਾਤਾ ਲਗਭਗ 60 ਦੇਸ਼ਾਂ ਦੇ ਸੰਵਿਧਾਨ ਵਿੱਚੋਂ ਲੰਘੇ ਸਨ ਅਤੇ ਡਰਾਫਟ ਸੰਵਿਧਾਨ ਨੂੰ 114 ਦਿਨਾਂ ਲਈ ਵਿਚਾਰਿਆ ਗਿਆ ਸੀ। ਅੰਤ ਵਿੱਚ 24 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਅਪਣਾਇਆ ਗਿਆ। ਸੰਵਿਧਾਨ ਬਣਾਉਣ ਦੇ ਉੱਤੇ ਕੁੱਲ ਖਰਚ 64 ਲੱਖ ਹੋਇਆ ਸੀ। 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਅਪਣਾਇਆ ਗਿਆ ਸੀ। ਇਹਨੂੰ ਠੀਕ ਕਰ ਲੈਣਾ। 24 ਜਨਵਰੀ 1950 ਨੂੰ ਸੰਵਿਧਾਨ ਸਭਾ ਦਾ ਆਖਰੀ ਸੈਸ਼ਨ ਹੋਇਆ। ਹਾਲਾਂਕਿ ਇਹ ਖਤਮ ਨਹੀਂ ਹੋਇਆ ਅਤੇ ਭਾਰਤ ਦੀ ਆਰਜੀ ਸੰਸਦ ਦੇ ਤੌਰ 'ਤੇ 26 ਜਨਵਰੀ 1950 ਤੋਂ 51-52 ਦੀਆਂ ਪਹਿਲੀਆਂ ਆਮ ਚੋਣਾਂ ਤੋਂ ਬਾਅਦ ਨਵੇਂ ਸੰਸਦ ਦੇ ਗਠਨ ਤੱਕ ਜਾਰੀ ਰਿਹਾ। ਭਾਰਤੀ ਪ੍ਰਾਂਤਾਂ ਦੀ ਤਾਕਤ 296 ਤੋਂ ਘਟਾ ਕੇ 229 ਅਤੇ ਰਿਆਸਤਾਂ ਦੀ ਤਾਕਤ 93 ਤੋਂ 70 ਹੋ ਗਈ। ਇਸ ਦੇ ਵਿੱਚ ਇੱਕ ਕੁਐਸਚਨ ਹੋਰ ਨਿਕਲਦਾ ਹੈ ਕਿ ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ? 1951-52 ਦੇ ਵਿੱਚ। ਸੰਵਿਧਾਨ ਸਭਾ ਦਾ ਕਾਰਜ, ਇਸ ਨੇ ਮਈ 1949 ਵਿੱਚ ਭਾਰਤ ਦੀ ਰਾਸ਼ਟਰਮੰਡਲ ਦੀ ਸਦੱਸਤਾ ਨੂੰ ਪ੍ਰਵਾਨਗੀ ਦਿੱਤੀ। 22 ਜੁਲਾਈ 1947 ਨੂੰ ਰਾਸ਼ਟਰੀ ਝੰਡਾ ਤਿਰੰਗਾ ਅਪਣਾਇਆ ਗਿਆ ਸੀ। 24 ਜਨਵਰੀ 1950 ਨੂੰ ਰਾਸ਼ਟਰੀ ਗੀਤ ਅਪਣਾਇਆ ਗਿਆ। ਰਾਸ਼ਟਰੀ ਗੀਤ ਲਿਖਿਆ ਬੰਕਿਮ ਚੰਦਰ ਚੈਟਰਜੀ ਨੇ ਹੈ। ਆਪਣਾ ਰਾਸ਼ਟਰੀ ਗੀਤ ਹੈ ਬੰਦੇ ਮਾਤਰਮ, ਜਿਸ ਨੂੰ ਗਾਉਣ ਦਾ ਸਮਾਂ ਹੈ 65 ਸੈਕਿੰਡ ਜਾਂ 1 ਮਿੰਟ 5 ਸੈਕਿੰਡ, ਜਿਸ ਨੂੰ ਕਿ ਆਨੰਦ ਮੰਠ ਤੋਂ ਲਿਆ ਗਿਆ। 24 ਜਨਵਰੀ 1950 ਨੂੰ ਆਪਣਾ ਰਾਸ਼ਟਰੀ ਗਾਨ ਅਪਣਾਇਆ ਗਿਆ। ਆਪਣਾ ਰਾਸ਼ਟਰੀ ਗਾਨ ਹੈ ਜਨ ਗਣ ਮਨ, ਜੋ ਰਵਿੰਦਰਨਾਥ ਟੈਗੋਰ ਨੇ ਲਿਖਿਆ ਅਤੇ ਇਸ ਨੂੰ ਗਾਉਣ ਦਾ ਸਮਾਂ ਹੈ 52 ਸੈਕਿੰਡ। 24 ਜਨਵਰੀ 1950 ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ, ਜੋ 1962 ਤੱਕ ਰਹਿੰਦਾ ਹੈ। ਸੰਵਿਧਾਨ ਸਭਾ ਦੀਆਂ ਕਮੇਟੀਆਂ।
ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਵੱਖ-ਵੱਖ ਕਾਰਜਾਂ ਨੂੰ ਨਜਿੱਠਣ ਦੇ ਲਈ ਬਹੁਤ ਸਾਰੀਆਂ ਕਮੇਟੀਆਂ ਨਿਯੁਕਤ ਕੀਤੀਆਂ ਸੀ। ਇਹਨਾਂ ਦੇ ਵਿੱਚੋਂ 8 ਵੱਡੀਆਂ ਕਮੇਟੀਆਂ ਸਨ ਅਤੇ ਦੂਸਰੀਆਂ ਛੋਟੀਆਂ ਕਮੇਟੀਆਂ ਸਨ। ਇਹਨਾਂ ਕਮੇਟੀਆਂ ਅਤੇ ਇਹਨਾਂ ਦੇ ਚੇਅਰਮੈਨ ਜਾਂ ਮੁਖੀ ਦੇ ਨਾਮ ਹੇਠਾਂ ਅਨੁਸਾਰ ਦਿੱਤੇ ਗਏ ਹਨ। ਵੱਡੀਆਂ ਕਮੇਟੀਆਂ। ਯੂਨੀਅਨ ਪਾਵਰਸ ਕਮੇਟੀ ਦਾ ਪ੍ਰਧਾਨ ਜਵਾਹਰ ਲਾਲ ਨਹਿਰੂ ਸੀ। ਯੂਨੀਅਨ ਸੰਵਿਧਾਨ ਕਮੇਟੀ ਦਾ ਪ੍ਰਧਾਨ ਜਵਾਹਰ ਲਾਲ ਨਹਿਰੂ। ਸੂਬਾਈ ਸੰਵਿਧਾਨ ਕਮੇਟੀ ਦਾ ਪ੍ਰਧਾਨ ਸਰਦਾਰ ਵੱਲਭ ਭਾਈ ਪਟੇਲ ਸੀ। ਡਰਾਫਟ ਕਮੇਟੀ ਦਾ ਪ੍ਰਧਾਨ ਡਾਕਟਰ BR ਅੰਬੇਦਕਰ ਸੀ। ਬੁਨਿਆਦੀ ਅਧਿਕਾਰਾਂ, ਘੱਟ ਗਿਣਤੀਆਂ ਅਤੇ ਕਬੀਲਿਆਂ ਅਤੇ ਬਾਹਰ ਖੇਤਰ ਵਾਲੇ ਸਲਾਹਕਾਰ ਕਮੇਟੀ ਦਾ ਪ੍ਰਧਾਨ ਸਰਦਾਰ ਵੱਲਭ ਭਾਈ ਪਟੇਲ ਸੀ। ਇਸ ਕਮੇਟੀ ਦੀਆਂ ਹੇਠ ਲਿਖੀਆਂ 5 ਉਪ ਕਮੇਟੀਆਂ ਸਨ। ਬੁਨਿਆਦੀ ਅਧਿਕਾਰ ਸਬ ਕਮੇਟੀ, ਜਿਸ ਦਾ ਮੁਖੀ JV ਕ੍ਰਿਪਲਾਨੀ ਸੀ। ਘੱਟ ਗਿਣਤੀਆਂ ਦੀ ਸਬ ਕਮੇਟੀ ਦਾ ਪ੍ਰਧਾਨ ਜਾਂ ਮੁਖੀ HC ਮੁਖਰਜੀ ਸੀ। ਉੱਤਰ ਪੂਰਬੀ ਸਰਹੱਦੀ ਕਬੀਲਿਆਈ ਖੇਤਰ ਅਤੇ ਅਸਾਮ ਨੂੰ ਬਾਹਰ ਕੱਢਿਆ ਗਿਆ ਅਤੇ ਅੰਸ਼ਿਕ ਤੌਰ 'ਤੇ ਬਾਹਰ ਕੱਢ ਕੇ ਖੇਤਰ ਸਬ ਕਮੇਟੀ, ਜਿਸ ਦਾ ਮੁਖੀ ਗੋਪੀਨਾਥ ਬਾਰਦੋਲੀ ਸੀ। ਬਾਹਰ ਕੱਢੇ ਗਏ ਅਤੇ ਅੰਸ਼ਿਕ ਤੌਰ 'ਤੇ ਬਾਹਰ ਕੱਢੇ ਖੇਤਰ ਸਬ ਕਮੇਟੀ ਦੇ ਮੁਖੀ AV ਠੱਕਰ ਸੀ। ਵਿਧੀ ਕਮੇਟੀ ਦੇ ਨਿਯਮ ਡਾਕਟਰ ਰਜਿੰਦਰ ਪ੍ਰਸਾਦ ਸੀ। ਸਟੇਟਸ ਕਮੇਟੀ ਰਾਜਾਂ ਨਾਲ ਗੱਲਬਾਤ ਕਮੇਟੀ ਦਾ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ ਸੀ। ਨਿਰਦੇਸ਼ਕ ਕਮੇਟੀ, ਜਿਸ ਦਾ ਪ੍ਰਧਾਨ ਡਾਕਟਰ ਰਜਿੰਦਰ ਪ੍ਰਸਾਦ ਸੀ। ਪਰ ਇਹਨਾਂ ਕਮੇਟੀਆਂ ਦੇ ਵਿੱਚੋਂ ਜਿਸ ਕਮੇਟੀ ਬਾਰੇ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਗਏ ਹਨ ਉਹ ਹੈ ਡਰਾਫਟ ਕਮੇਟੀ। ਡਰਾਫਟ ਕਮੇਟੀ ਨੂੰ ਖਰੜਾ ਕਮੇਟੀ ਜਾਂ ਮਸੌਦਾ ਕਮੇਟੀ ਵੀ ਕਿਹਾ ਜਾਂਦਾ ਹੈ, ਜਿਸ ਦਾ ਪ੍ਰਧਾਨ ਡਾਕਟਰ BR ਅੰਬੇਦਕਰ ਸੀ। ਸੰਵਿਧਾਨ ਸਭਾ ਦੀਆਂ ਸਾਰੀਆਂ ਕਮੇਟੀਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਮੇਟੀ, ਜਿਸ ਦੀ 29 ਅਗਸਤ 1947 ਨੂੰ ਸਥਾਪਨਾ ਹੋਈ, ਉਹ ਡਰਾਫਟ ਕਮੇਟੀ ਸੀ, ਖਰੜਾ ਕਮੇਟੀ ਜਾਂ ਮਸੌਦਾ ਕਮੇਟੀ ਸੀ। ਇਹ ਕਮੇਟੀ ਹੀ ਨਵੇਂ ਸੰਵਿਧਾਨ ਦਾ ਖਰੜਾ ਕਰਨ ਦਾ ਕੰਮ ਸੌਂਪੀ ਗਈ ਸੀ। ਇਸੇ ਕਮੇਟੀ ਨੇ ਭਾਰਤੀ ਸੰਵਿਧਾਨ ਨੂੰ ਤਿਆਰ ਕੀਤਾ। ਇਸ ਕਮੇਟੀ ਦੇ ਵਿੱਚ 7 ਮੈਂਬਰ ਸ਼ਾਮਿਲ ਸਨ। ਇਸ ਕਮੇਟੀ ਨੂੰ ਲੈ ਕੇ ਇਕੱਲੀ ਗੱਲ ਯਾਦ ਰੱਖਣੀ ਹੈ, ਇਸ ਦੇ 7 ਮੈਂਬਰਾਂ ਨੂੰ ਵੀ ਯਾਦ ਰੱਖਣਾ ਹੈ। ਇਸ ਦਾ ਮੁਖੀ ਚੇਅਰਮੈਨ ਡਾਕਟਰ BR ਅੰਬੇਦਕਰ ਸੀ। N ਗੋਪਾਲਾ ਸਵਾਮੀ ਅਯੰਗਰ, ਅਲਾਦੀ ਕ੍ਰਿਸ਼ਨਾ ਸਵਾਮੀ ਅਯਰ, ਡਾਕਟਰ KM ਮੁਨਸ਼ੀ, ਸੈਯਦ ਮੁਹੰਮਦ ਸਾਦੁੱਲਾ, N ਮਾਧਵ ਰਾਓ। ਇਸ ਨੇ BL ਮਿੱਤਲ ਦੀ ਜਗ੍ਹਾ ਲੈ ਲਈ ਸੀ, ਜਿਸ ਨੇ ਖਰਾਬ ਸਿਹਤ ਕਾਰਨ ਅਸਤੀਫਾ ਦੇ ਦਿੱਤਾ ਸੀ। TT ਕ੍ਰਿਸ਼ਨਾਮਚਾਰੀ, ਇਸ ਨੇ DP ਖਤਾਨ ਦੀ ਜਗ੍ਹਾ ਲੈ ਲਈ, ਜਿਹੜਾ 1948 ਦੇ ਵਿੱਚ ਮਰ ਗਿਆ ਸੀ। ਮਤਲਬ DP ਖਤਾਨ ਦੀ ਮੌਤ ਤੋਂ ਬਾਅਦ ਉਸ ਦੀ ਥਾਂ 'ਤੇ ਪ੍ਰਧਾਨ ਬਣਿਆ TT ਕ੍ਰਿਸ਼ਨਾਮਚਾਰੀ। ਇਹ 7 ਮੈਂਬਰ ਯਾਦ ਰੱਖਣੇ ਬਹੁਤ ਜ਼ਰੂਰੀ ਨੇ। ਇਹਨਾਂ ਦੇ ਵਿੱਚੋਂ ਕਈ ਵਾਰ ਕੁਐਸਚਨ ਇਹ ਵੀ ਪਾਇਆ ਜਾਂਦਾ ਹੈ ਕਿ ਖਰੜਾ ਕਮੇਟੀ ਜਾਂ ਡਰਾਫਟ ਕਮੇਟੀ ਦਾ ਮੈਂਬਰ ਕੌਣ ਨਹੀਂ ਹੈ। ਨਹੀਂ, 3 ਇਹਨਾਂ ਦੇ ਵਿੱਚੋਂ ਪਾਏ ਜਾਣਗੇ, ਚੌਥਾ ਕੋਈ ਹੋਰ ਪਾ ਦਿੱਤਾ ਜਾਊਗਾ ਆਪਸ਼ਨ ਦੇ ਵਿੱਚ। ਤਾਂ ਇਹਨਾਂ 7 ਮੈਂਬਰਾਂ ਨੂੰ ਯਾਦ ਰੱਖਣਾ। ਸੰਵਿਧਾਨ ਨੂੰ ਲਾਗੂ ਕਰਨਾ। ਨਾਗਰਿਕਤਾ ਚੋਣਾਂ, ਆਰਜੀ ਪਾਰਲੀਮੈਂਟ, ਅਸਥਾਈ ਅਤੇ ਤਬਦੀਲੀ ਸੰਬੰਧੀ ਪ੍ਰਬੰਧਾਂ ਅਤੇ ਸੰਵਿਧਾਨ ਦੇ ਕੁਝ ਪ੍ਰਬੰਧ, ਯਾਨੀ ਕਿ ਆਰਟੀਕਲ 5, 6, 7, 8, 9 ਜੋ ਨਾਗਰਿਕਤਾ ਨਾਲ ਸੰਬੰਧਿਤ ਨੇ, 60, 324, 366, 367, 379, 380, 388, 391, 392 ਅਤੇ 393 26 ਨਵੰਬਰ 1949 ਨੂੰ ਹੀ ਲਾਗੂ ਹੋਏ ਸਨ। ਮਤਲਬ ਜਿਹੜੇ ਇਹ ਆਰਟੀਕਲ ਨੇ ਇਹ ਉਸ ਦਿਨ ਲਾਗੂ ਹੋਏ ਨੇ ਜਿਸ ਦਿਨ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ, 26 ਨਵੰਬਰ 1949 ਨੂੰ। ਸੰਵਿਧਾਨ ਦੇ ਬਾਕੀ ਪ੍ਰਬੰਧ 26 ਜਨਵਰੀ 1950 ਨੂੰ ਲਾਗੂ ਹੋਏ ਸਨ। ਇਸ ਦਿਨ ਨੂੰ ਸੰਵਿਧਾਨ ਵਿੱਚ ਇਸ ਦੇ ਸ਼ੁਰੂ ਹੋਣ ਦੀ ਮਿਤੀ ਕਿਹਾ ਜਾਂਦਾ ਹੈ ਅਤੇ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। 26 ਜਨਵਰੀ ਗਣਤੰਤਰ ਦਿਵਸ। 26 ਜਨਵਰੀ ਨੂੰ
ਖਾਸ ਤੌਰ 'ਤੇ ਇਸ ਦੇ ਇਤਿਹਾਸਕ ਮਹੱਤਵ ਕਾਰਨ ਸੰਵਿਧਾਨ ਦੀ ਆਰੰਭ ਹੋਣ ਦੀ ਤਾਰੀਖ ਵਜੋਂ ਚੁਣਿਆ ਗਿਆ ਸੀ। ਇਹ ਉਹ ਦਿਨ ਸੀ ਜਦੋਂ 1930 ਵਿੱਚ ਲਾਹੌਰ ਸੈਸ਼ਨ ਦੇ ਮਤੇ ਦੇ ਦੌਰਾਨ 26 ਜਨਵਰੀ 1930 ਨੂੰ ਭਾਰਤ ਆਜ਼ਾਦ ਹੋ ਜਾਵੇਗਾ, ਪਰੰਤੂ ਆਜ਼ਾਦੀ ਨਾ ਮਿਲੀ। ਮਤਲਬ ਕਿ ਜੋ 26 ਜਨਵਰੀ ਤਾਰੀਖ ਹੈ ਜਿਸ ਦਿਨ ਕਿ ਸੰਵਿਧਾਨ ਨੂੰ ਲਾਗੂ ਕੀਤਾ ਗਿਆ, ਉਹ 26 ਜਨਵਰੀ ਨੂੰ ਹੀ ਕਿਉਂ ਕੀਤਾ ਗਿਆ, ਉਸ ਦੇ ਪਿੱਛੇ ਕਾਰਨ ਹੈ 26 ਜਨਵਰੀ 1930 ਨੂੰ ਭਾਰਤ ਨੂੰ ਆਜ਼ਾਦ ਹੋਣ ਦੀ ਗੱਲ ਕਹੀ ਗਈ ਸੀ। ਤਾਂ ਕਰਕੇ 26 ਜਨਵਰੀ ਇੱਕ ਇਤਿਹਾਸਿਕ ਤਰੀਕ ਹੈ। 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਬਣ ਕੇ ਤਿਆਰ ਹੋਇਆ, ਤਾਂ ਉਸ ਨੂੰ ਲਾਗੂ ਕਰਨ ਪਿੱਛੇ 26 ਜਨਵਰੀ 1930 ਦੀ ਹੀ ਵਜ੍ਹਾ ਹੈ। ਸੰਵਿਧਾਨ ਲਾਗੂ ਸਮੇਂ 395 ਅਨੁਛੇਦ, 22 ਭਾਗ ਅਤੇ 8 ਅਨੁਸੂਚੀਆਂ ਸੀ, ਜੋ ਹੁਣ 395 ਅਨੁਛੇਦ, 22 ਭਾਗ ਅਤੇ ਅਨੁਸੂਚੀਆਂ 12 ਹਨ। ਸੰਵਿਧਾਨਕ ਸੋਮੇ ਭਾਵ ਆਪਾਂ ਕਿਹੜੇ ਦੇਸ਼ ਤੋਂ ਆਪਣੇ ਸੰਵਿਧਾਨ ਦੇ ਵਿੱਚ ਕੀ ਅਡੋਪਟ ਕੀਤਾ ਹੈ। ਸਭ ਤੋਂ ਪਹਿਲਾਂ ਆਉਂਦਾ ਹੈ ਅਮਰੀਕਾ USA। ਸਭ ਤੋਂ ਪਹਿਲਾਂ ਲਿਖਤੀ ਸੰਵਿਧਾਨ ਅਮਰੀਕਾ ਦਾ ਹੈ, ਪਰੰਤੂ ਸੰਵਿਧਾਨ ਲਿਖਣ ਦੀ ਧਾਰਨਾ ਫਰਾਂਸ ਨੇ ਦਿੱਤੀ ਸੀ। ਭਾਰਤੀ ਸੰਵਿਧਾਨ ਦੇ ਵਿੱਚ ਅਮਰੀਕਾ ਤੋਂ ਲਿਖਤੀ ਸੰਵਿਧਾਨ ਦੀ ਧਾਰਨਾ ਲਈ ਗਈ ਹੈ, ਪ੍ਰਸਤਾਵਨਾ ਲਈ ਗਈ ਹੈ। ਸੁਪਰੀਮ ਕੋਰਟ ਦੀ ਕਾਰਜ ਪ੍ਰਣਾਲੀ, ਨਿਆਇਕ ਪੁਨਰ ਨਿਰੀਖਣ, ਉਪ ਰਾਸ਼ਟਰਪਤੀ ਦਾ ਅਹੁਦਾ, ਮੌਲਿਕ ਅਧਿਕਾਰ, ਮਹਾਦੋਸ਼ ਪ੍ਰਕਿਰਿਆ, ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਵਿਧੀ, ਨਿਆਂਪਾਲਿਕਾ ਦੀ ਸੁਤੰਤਰਤਾ ਲਈ ਹੈ। ਦੇਖੋ, ਇਸ ਨੂੰ ਯਾਦ ਕਰਨਾ ਵੈਸੇ ਔਖਾ। ਇਹਦੇ ਲਈ ਇਹ ਸੋਚੋ ਅਮਰੀਕਾ ਕੀ ਹੈ, ਸਭ ਤੋਂ ਪਾਵਰਫੁਲ ਦੇਸ਼ ਹੈ। ਪਾਵਰਫੁਲ ਦੇਸ਼ ਦੇ ਵਿੱਚ ਉਹਨਾਂ ਦੇ ਕੋਰਟ ਜਾਂ ਨਿਆਇਕ ਪੁਨਰ ਨਿਰੀਖਣ ਮਤਲਬ ਅਦਾਲਤ ਨਾਲ ਸੰਬੰਧੀ ਸਾਰੇ ਕੰਮ ਪੈਸਿਆਂ ਨਾਲ ਮਤਲਬ ਵੱਡੇ ਲੋਕ ਕਰ ਸਕਦੇ ਨੇ, ਅਤੇ ਜੋ ਵੱਡੇ ਲੋਕ ਹੋਣਗੇ ਉਹਨਾਂ ਕੋਲ ਹੀ ਅਧਿਕਾਰ ਹੋਣਗੇ, ਮਤਲਬ ਕਿ ਮੌਲਿਕ ਅਧਿਕਾਰ। ਵੱਡੇ ਲੋਕ ਹੀ ਕਿਸੇ ਦੇ ਉੱਤੇ ਦੋਸ਼ ਲਾ ਸਕਦੇ ਹੈ। ਮਹਾਦੋਸ਼ ਦੀ ਪ੍ਰਕਿਰਿਆ ਵੱਡੇ ਲੋਕਾਂ ਦੇ ਉੱਤੇ ਜਾਂ ਅਮੀਰ ਲੋਕਾਂ ਦੇ ਉੱਤੇ ਜੇਕਰ ਕੋਈ ਧੱਕੇਸ਼ਾਹੀ ਕਰਦਾ ਹੈ ਜਾਂ ਉਹ ਖੁਦ ਆਪ ਵੀ ਜੱਜ ਵਰਗੇ ਲੋਕਾਂ ਨੂੰ ਹਟਾ ਸਕਦੇ ਨੇ। ਮਤਲਬ ਇਹ ਯਾਦ ਰੱਖਣ ਦੀ ਟ੍ਰਿਕ ਹੈ। ਅਮਰੀਕਾ ਮਤਲਬ ਸਭ ਤੋਂ ਵੱਧ ਪਾਵਰਫੁਲ ਦੇਸ਼, ਮਤਲਬ ਕਿ ਪਾਵਰਫੁਲ ਦੇਸ਼ ਕੀ ਕਰ ਸਕਦਾ ਜਾਂ ਬੰਦਾ ਕੀ ਕਰ ਸਕਦਾ, ਉਹ ਇਹਦੇ ਵਿੱਚ ਦੱਸਿਆ ਗਿਆ। ਦੂਜੇ ਨੰਬਰ 'ਤੇ ਇੰਗਲੈਂਡ ਤੋਂ ਆਪਾਂ ਲਿਆ ਸੰਸਦੀ ਸ਼ਾਸਨ ਪ੍ਰਣਾਲੀ, ਇਕਹਿਰੀ ਨਾਗਰਿਕਤਾ, ਮੰਤਰੀ ਮੰਡਲ ਦਾ ਨਿਰਮਾਣ, 2 ਸਦਨੀ ਵਿਧਾਨ ਮੰਡਲ, ਕਾਨੂੰਨ ਬਣਾਉਣ ਦੀ ਪ੍ਰਕਿਰਿਆ ਆਪਾਂ ਇੰਗਲੈਂਡ ਯਾਨੀ ਕਿ ਬ੍ਰਿਟੇਨ ਤੋਂ ਲਈ ਹੈ। ਆਸਟ੍ਰੇਲੀਆ ਤੋਂ ਪ੍ਰਸਤਾਵਨਾ ਦੀ ਭਾਸ਼ਾ, ਪ੍ਰਸਤਾਵਨਾ ਅਮਰੀਕਾ ਤੋਂ ਲਈ ਹੈ, ਪਰੰਤੂ ਪ੍ਰਸਤਾਵਨਾ ਦੀ ਭਾਸ਼ਾ ਆਸਟ੍ਰੇਲੀਆ ਤੋਂ ਲਈ ਹੈ। ਦੋਨਾਂ ਸਦਨਾਂ ਦੀ ਸਾਂਝੀ ਬੈਠਕ ਜੋ ਕਿ 108 ਆਰਟੀਕਲ ਦੇ ਵਿੱਚ ਦਿੱਤਾ ਗਿਆ, ਜੁਆਇੰਟ ਸੈਸ਼ਨ, ਉਹ ਆਪਾਂ ਆਸਟ੍ਰੇਲੀਆ ਤੋਂ ਲਈ ਹੈ। ਜੋ 108 ਆਰਟੀਕਲ ਦੇ ਤਹਿਤ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਬੁਲਾਉਂਦਾ ਰਾਸ਼ਟਰਪਤੀ ਹੈ, ਪਰੰਤੂ ਉਹਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ। ਕੇਂਦਰ ਅਤੇ ਰਾਜਾਂ ਵਿਚਕਾਰ ਸੰਬੰਧ, ਸਮਵਰਤੀ ਸੂਚੀ, ਵਪਾਰ ਅਤੇ ਸਮਾਗਮਾਂ ਦੀ ਸੁਤੰਤਰਤਾ, ਇਹ ਸਭ ਆਪਾਂ ਆਸਟ੍ਰੇਲੀਆ ਤੋਂ ਲਿਆ ਹੈ। ਕੈਨੇਡਾ ਤੋਂ ਸੰਘਾਤਮਕ ਢਾਂਚਾ, ਰਾਜਪਾਲ ਦੀ ਨਿਯੁਕਤੀ, ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਲਈ ਹੈ। ਦੱਖਣੀ ਅਫਰੀਕਾ ਤੋਂ ਸੋਧ ਕਰਨ ਦੀ ਪ੍ਰਕਿਰਿਆ ਲਈ ਹੈ, ਰਾਜ ਸਭਾ ਦੇ ਮੈਂਬਰਾਂ ਦੀ ਚੋਣ ਲਈ ਹੈ। ਰੂਸ, ਮੌਲਿਕ ਕਰਤੱਵ, ਰੁੱਸੇ ਨੂੰ ਮਨਾਉਣਾ ਸਾਡਾ ਕਰਤੱਵ ਹੈ, ਯਾਨੀ ਕਿ ਰੂਸ ਤੋਂ ਮੌਲਿਕ ਕਰਤੱਵ। 5 ਸਾਲਾ ਯੋਜਨਾਵਾਂ, ਪ੍ਰਸਤਾਵਨਾ ਦੇ 3 ਸ਼ਬਦ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਨਿਆਂ, ਇਹ ਰੂਸ ਤੋਂ ਲਏ ਹਨ। ਜਰਮਨੀ ਤੋਂ ਸੰਕਟਕਾਲੀਨ ਸ਼ਕਤੀਆਂ ਲਈਆਂ ਨੇ। ਜਾਪਾਨ ਦੇ ਵਿੱਚੋਂ ਵਿਧੀ ਦੁਆਰਾ ਸਥਾਪਿਤ ਪ੍ਰਕਿਰਿਆ ਨੂੰ ਲਿਆ ਗਿਆ ਹੈ। ਫਰਾਂਸ ਤੋਂ ਗਣਤੰਤਰ ਪ੍ਰਣਾਲੀ ਨੂੰ ਲਿਆ ਗਿਆ ਹੈ। ਭਾਰਤੀ ਸੰਵਿਧਾਨ ਦੇ ਉੱਤੇ ਸਭ ਤੋਂ ਵੱਧ ਪ੍ਰਭਾਵ ਗਵਰਨਮੈਂਟ ਆਫ ਇੰਡੀਆ ਐਕਟ
1935 ਦਾ ਹੈ, ਜਿਸ ਦਾ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਜਿਸ ਨੂੰ ਭਾਰਤੀ ਸੰਵਿਧਾਨ ਦਾ ਬਲੂ ਪ੍ਰਿੰਟ ਜਾਂ ਖਾਕਾ ਕਿਹਾ ਗਿਆ ਹੈ, ਜਿਸ ਤੋਂ ਲਗਭਗ 250 ਪੁਆਇੰਟ ਸੀਗੇ ਜੋ ਸਿੱਧੇ ਹੀ ਭਾਰਤੀ ਸੰਵਿਧਾਨ ਦੇ ਵਿੱਚ ਅਪਣਾਏ ਗਏ ਹਨ। ਉਸ ਤੋਂ ਬਾਅਦ ਅਨੁਸੂਚੀਆਂ। ਭਾਰਤੀ ਸੰਵਿਧਾਨ ਦੇ ਵਿੱਚ ਮੂਲ ਸੰਵਿਧਾਨ ਦੇ ਵਿੱਚ ਅਨੁਸੂਚੀਆਂ 8 ਸੀ, ਜੋ ਹੁਣ 12 ਹਨ। ਪਹਿਲੀ ਅਨੁਸੂਚੀ ਵਿੱਚ ਦੱਸਿਆ ਗਿਆ ਹੈ ਭਾਰਤ ਰਾਜਾਂ ਦਾ ਸੰਘ ਹੈ, ਭਾਰਤ ਦੇ ਨਾਮ ਇੰਡੀਆ ਅਤੇ ਭਾਰਤ। ਦੂਜੀ ਅਨੁਸੂਚੀ ਦੇ ਵਿੱਚ ਤਨਖਾਹ ਅਤੇ ਭੱਤੇ। ਤੀਜੀ ਅਨੁਸੂਚੀ ਦੇ ਵਿੱਚ ਸਹੁੰ ਦਾ ਜ਼ਿਕਰ ਹੈ। ਚੌਥੀ ਅਨੁਸੂਚੀ ਦੇ ਵਿੱਚ ਰਾਜ ਸਭਾ ਮੈਂਬਰਾਂ ਦੇ ਸੀਟਾਂ ਦੀ ਵੰਡ ਹੈ। ਆਪਾਂ ਪਹਿਲਾਂ ਵੀ ਇਹਨਾਂ ਬਾਰੇ ਇੱਕ ਟ੍ਰਿਕ 'ਚ ਯਾਦ ਕਰ ਚੁੱਕੇ ਹਾਂ। ਪਹਿਲੀ ਅਨੁਸੂਚੀ ਦੇ ਵਿੱਚ ਇਹ ਸੋਚੋ, ਭਾਰਤ ਦੇ ਦੋ ਨਾਮ ਦਿੱਤੇ ਨੇ, ਇੰਡੀਆ ਅਤੇ ਭਾਰਤ। ਸੋਚੋ ਆਪਾਂ ਨੇ ਕਿਸੇ ਤੋਂ ਪੈਸੇ ਲੈਣੇ ਨੇ, ਪੈਸੇ ਲੈਣ ਦੇ ਲਈ ਆਪਾਂ ਉਹਦੇ ਗੇਟ ਮੂਹਰੇ ਖੜ੍ਹੇ ਹਾਂ। ਗੇਟ ਮੂਹਰੇ ਖੜ੍ਹ ਕੇ ਸਭ ਤੋਂ ਪਹਿਲਾਂ ਆਪਾਂ ਉਹਦਾ ਨਾਮ ਲੈਂਦੇ ਹਾਂ, ਜੀ ਤੋਂ ਵੀ ਪੈਸੇ ਲੈਣੇ ਨੇ। ਮੰਨ ਲਓ ਭਾਰਤ ਅਤੇ ਇੰਡੀਆ ਤੋਂ ਆਪਾਂ ਨੇ ਪੈਸੇ ਲੈਣੇ ਆ। ਪਹਿਲਾ ਕੰਮ ਕੀ ਹੈ? ਭਾਰਤ ਅਤੇ ਇੰਡੀਆ ਦੇ ਗੇਟ 'ਚ ਜਾ ਕੇ ਉਹਦਾ ਨਾਮ ਲੈਣਾ। ਲੈਣੇ ਕੀ ਨੇ? ਪੈਸੇ। ਦੂਜਾ ਕੰਮ ਕੀ ਆਪਣਾ? ਜਦੋਂ ਉਹਨਾਂ ਦਾ ਬਾਹਰ ਆਉਣਾ, ਆਪਾਂ ਕਹਿਣਾ ਸਾਡੇ ਪੈਸੇ ਦਿਓ। ਪੈਸੇ ਕਿਹਦੇ ਰੂਪ 'ਚ ਹੁੰਦੇ ਨੇ? ਤਨਖਾਹ ਅਤੇ ਭੱਤਿਆਂ ਦੇ ਰੂਪ 'ਚ। ਭਾਰਤ ਅਤੇ ਇੰਡੀਆ ਬਾਹਰ ਆਉਂਦੇ ਨੇ, ਪਰੰਤੂ ਪੈਸੇ ਮੁੱਕਰ ਜਾਂਦੇ ਨੇ। ਆਪਣੇ ਪੰਜਾਬੀਆਂ ਦੇ ਵਿੱਚ ਤੀਜੀ ਗੱਲ ਇਹ ਹੁੰਦੀ ਹੈ, ਜਦੋਂ ਕੋਈ ਪੈਸੇ ਮੁੱਕਰਦਾ ਹੈ ਵੀ ਤੁਸੀਂ ਸਹੁੰ ਨੇਮ ਕਰ ਦਿਓ, ਗੁਰੂ ਘਰ ਚਲੇ ਜਾਓ, ਹੈ ਨਾ। ਸਹੁੰ ਤਾਂ ਤੀਜੇ ਦੇ ਵਿੱਚ ਜ਼ਿਕਰ ਆ ਜਾਊਗਾ, ਸਹੁੰ ਦਾ ਜ਼ਿਕਰ। ਜਿਵੇਂ ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਭਾਰਤ ਦਾ ਸੁਪਰੀਮ ਕੋਰਟ ਦਾ ਮੁੱਖ ਜੱਜ। ਜਦੋਂ ਸਾਹਮਣੇ ਵਾਲਾ ਬੰਦਾ ਇਹ ਕਹੇ, ਨਾ ਮੈਂ ਤੁਹਾਡੇ ਪੈਸੇ ਦੇਣੇ, ਨਾ ਹੀ ਮੈਂ ਸਹੁੰ ਚੱਕਣੀ, ਫਿਰ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ, ਕਿਉਂ? ਤੇਰੇ ਪਿਓ ਦਾ ਰਾਜ ਹੈ। ਰਾਜ ਤੋਂ ਬਣ ਜਾਂਦਾ ਹੈ ਰਾਜ ਸਭਾ ਮੈਂਬਰਾਂ ਦੇ ਸੀਟਾਂ ਦੀ ਵੰਡ। ਇਹ ਪਹਿਲੀ 4 ਅਨੁਸੂਚੀਆਂ ਨੇ, ਇਸ ਤਰ੍ਹਾਂ ਯਾਦ ਕਰਨੀਆਂ ਨੇ। 5ਵੀਂ ਅਤੇ 6ਵੀਂ ਅਨੁਸੂਚੀ ਦੋਨੋਂ ਸੇਮ ਨੇ। SC ST ਦੇ ਪ੍ਰਸ਼ਾਸਨਿਕ ਢਾਂਚੇ ਬਾਰੇ, ਪੂਰੇ ਭਾਰਤ ਬਾਰੇ ਦੱਸਿਆ ਗਿਆ ਹੈ 5ਵੀਂ ਅਨੁਸੂਚੀ ਦੇ ਵਿੱਚ। 6ਵੀਂ ਅਨੁਸੂਚੀ AST ਯਾਨੀ ਕਿ ਸ਼ਡਿਊਲ ਟਰਾਈਬਸ, ਕਬੀਲਿਆਂ ਨਾਲ ਸੰਬੰਧਿਤ ਹੈ। ਉਹਨਾਂ ਦੇ ਪ੍ਰਸ਼ਾਸਨਿਕ ਢਾਂਚੇ ਬਾਰੇ ਹੈ, ਜੋ 4 ਸਟੇਟਾਂ ਨੂੰ ਪ੍ਰਭਾਵਿਤ ਕਰਦੀ ਹੈ। AMTM ਲਿਖ ਸਕਦੇ ਹੋ, AMTM, ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ। ਹੁਣ 2 ਜੋ ਸਟੇਟਾਂ ਨੇ ਉਹ ਮੰਮੇ 'ਤੇ ਨੇ, ਅਤੇ ਇਹਨਾਂ ਦੇ ਵਿੱਚ ਉਲਝਾਉਣ ਦੇ ਲਈ ਕੁਐਸਚਨ ਪਾਇਆ ਜਾਂਦਾ ਹੈ ਕਿਹੜੀ ਅਨੁਸੂਚੀ ਨਾਲ ਸਟੇਟ ਸੰਬੰਧਿਤ ਹੈ। ਉਹਨਾਂ ਦੇ ਵਿੱਚੋਂ ਅਸਾਮ, ਮਨੀਪੁਰੀ, ਮੇਘਾਲਿਆ, ਤ੍ਰਿਪੁਰਾ ਇਸ ਤਰ੍ਹਾਂ ਪਾਇਆ ਜਾਊਗਾ। ਤਾਂ ਯਾਦ ਰੱਖਣਾ, ਕਬੀਲਿਆਂ ਦੀ ਗੱਲ ਹੋ ਰਹੀ ਹੈ। ਕਬੀਲਿਆਂ ਦੇ ਲੋਕਾਂ ਦੇ ਕੋਲ ਪੈਸਿਆਂ ਦੀ ਘਾਟ ਹੁੰਦੀ ਹੈ। ਪੈਸਿਆਂ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਮਨੀ ਕਹਿੰਦੇ ਹਾਂ, ਮਤਲਬ ਕਿ ਕਬੀਲਿਆਂ ਦੇ ਵਿੱਚ ਮਨੀ ਨਹੀਂ ਹੈ, ਤਾਂ ਇਹਨਾਂ ਦੇ ਵਿੱਚ ਮਨੀਪੁਰੀ ਨਹੀਂ ਆਊਗਾ। 7ਵੀਂ ਅਨੁਸੂਚੀ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਨਾਲ ਸੰਬੰਧਿਤ ਹੈ। ਜੋ 3 ਸੂਚੀਆਂ ਨੇ, ਸੰਘ ਸੂਚੀ, ਰਾਜ ਸੂਚੀ, ਸਮਵਰਤੀ ਸੂਚੀ। ਸੰਘ ਸੂਚੀ ਜਿਸ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸੰਘ ਦਾ ਹੈ, ਯਾਨੀ ਕਿ ਸੈਂਟਰ ਦਾ ਹੈ, ਜਿਸ ਦੇ ਪਹਿਲਾਂ 97 ਵਿਸ਼ੇ ਸੀ, ਹੁਣ 100 ਵਿਸ਼ੇ ਹਨ। ਰਾਜ ਸੂਚੀ ਜਿਸ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਰਾਜ ਸਰਕਾਰ ਦਾ ਹੁੰਦਾ ਹੈ, ਜਿਸ ਦੇ ਪਹਿਲਾਂ 66 ਵਿਸ਼ੇ ਸੀ, ਹੁਣ 61 ਵਿਸ਼ੇ ਹਨ। ਤੀਜੀ ਸਮਵਰਤੀ ਸੂਚੀ ਜਿਸ ਦੇ ਪਹਿਲਾਂ 47 ਵਿਸ਼ੇ ਸੀ, ਹੁਣ 52 ਹਨ। ਸਮਵਰਤੀ ਸੂਚੀ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਦੋਨਾਂ ਦਾ ਸਾਂਝਾ ਹੁੰਦਾ ਹੈ, ਸੰਘ ਸਰਕਾਰ ਅਤੇ ਰਾਜ ਸਰਕਾਰ। ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਕਾਨੂੰਨ ਨੂੰ ਲੈ ਕੇ ਭੇਦਭਾਵ ਹੁੰਦਾ ਹੈ, ਤਕਰਾਰ ਹੁੰਦਾ ਹੈ, ਤਾਂ ਜ਼ਿਆਦਾ ਸੈਂਟਰ ਸਰਕਾਰ ਦੀ ਚੱਲਦੀ ਹੈ। ਇਹ ਜਿਹੜੇ 66 ਵਿਸ਼ੇ ਸੀ, 61 ਰਹਿ ਗਏ, 47 ਤੋਂ 52 ਹੋਏ। ਇਹ 5 ਵਿਸ਼ੇ 42ਵੀਂ ਸੋਧ 1976 ਰਾਹੀਂ ਰਾਜ ਸੂਚੀ ਦੇ ਵਿੱਚੋਂ ਕੱਢ ਕੇ ਸਮਵਰਤੀ ਸੂਚੀ ਦੇ ਵਿੱਚ ਐਡ ਕੀਤੇ ਗਏ ਸੀ। 8ਵੀਂ ਅਨੁਸੂਚੀ ਭਾਸ਼ਾਵਾਂ ਨਾਲ ਸੰਬੰਧਿਤ ਹੈ। ਸੰਵਿਧਾਨ ਲਾਗੂ ਦੇ ਸਮੇਂ 14 ਭਾਸ਼ਾ ਸੀਗੀਆਂ, ਹੁਣ 22 ਭਾਸ਼ਾ ਹਨ, ਤਾਂ ਬਾਕੀ ਭਾਸ਼ਾਵਾਂ ਨੂੰ ਸੋਧ ਦੇ ਰਾਹੀਂ ਇਸ ਦੇ ਵਿੱਚ ਜੋੜਿਆ ਗਿਆ ਹੈ। 15ਵੀਂ ਭਾਸ਼ਾ ਦੇ ਤੌਰ 'ਤੇ ਸਿੰਧੀ ਭਾਸ਼ਾ ਨੂੰ 21ਵੀਂ ਸੋਧ 1967 ਦੇ ਰਾਹੀਂ ਸੰਵਿਧਾਨ ਦੇ ਵਿੱਚ ਜੋੜਿਆ ਗਿਆ। ਮਤਲਬ 1967 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ 15 ਭਾਸ਼ਾਵਾਂ ਹੋ ਗਈਆਂ, ਉਸ ਤੋਂ ਪਹਿਲਾਂ 14 ਸੀ।
71ਵੀਂ ਸੋਧ 1992 ਰਾਹੀਂ ਨਮਕ ਜੋੜਿਆ ਗਿਆ, ਜਾਣੀ ਕਿ 3 ਭਾਸ਼ਾ ਹੋਰ ਜੋੜੀਆਂ, ਨਮਕ, ਨੇਪਾਲੀ, ਮਨੀਪੁਰੀ, ਕੋਂਕਣੀ। ਨੇਪਾਲੀ ਇੱਕੋ ਇੱਕ ਵਿਦੇਸ਼ੀ ਭਾਸ਼ਾ ਹੈ ਜੋ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ। ਮੈਂ ਪਹਿਲਾਂ ਵੀ ਦੱਸਿਆ ਹੈ, ਕਿਸੇ ਨੇ ਵੀ ਅੰਗਰੇਜ਼ੀ ਨਹੀਂ ਲਾਉਣਾ। ਅੰਗਰੇਜ਼ੀ ਇੱਕ ਕਮਿਊਨੀਕੇਸ਼ਨ ਦੀ ਭਾਸ਼ਾ ਹੈ, ਇੱਕੋ ਇੱਕ ਵਿਦੇਸ਼ੀ ਭਾਸ਼ਾ ਨੇਪਾਲੀ ਹੈ। 92ਵੀਂ ਸੋਧ 2003 ਦੇ ਰਾਹੀਂ 4 ਭਾਸ਼ਾਵਾਂ ਨੂੰ ਜੋੜਿਆ ਗਿਆ ਸੀ, ਜਿਹਦੇ ਵਿੱਚ ਜੇ ਤੁਸੀਂ ਟ੍ਰਿਕ ਲਾਉਣੀ ਹੈ ਤਾਂ ਇਹ ਸੋਚੋ, ਬੱਚੇ ਨੇ ਤੁਹਾਨੂੰ ਕਿਹਾ MBD ਲੈ ਕੇ ਆਓ ਤਾਂ ਆਪਾਂ ਕਿਹਾ 1 MBD, ਬੱਚੇ ਨੇ ਕਿਹਾ ਨਹੀਂ MBDs, ਮਤਲਬ MBD ਦੇ ਨਾਲ ਐਸ ਲਾਤਾ, ਅੰਗਰੇਜ਼ੀ ਮੇਰੇ ਵਰਗੀ ਸੀ ਤਾਂ MBDs ਤੋਂ ਬਣ ਜਾਂਦਾ ਹੈ ਮੈਥਾਲੀ, ਬੋਡੋ, ਡੋਗਰੀ ਅਤੇ ਸੰਥਾਲੀ। 9ਵੀਂ ਅਨੁਸੂਚੀ, ਇਸ ਨੂੰ ਪਹਿਲੀ ਸੋਧ 1951 ਰਾਹੀਂ ਜੋੜਿਆ ਗਿਆ ਸੀ। ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਜਦੋਂ ਪਤਾ ਲੱਗਿਆ, ਦੱਖਣੀ ਅਫਰੀਕਾ ਤੋਂ ਆਪਾਂ ਸੋਧ ਕਰਨ ਦੀ ਪ੍ਰਕਿਰਿਆ ਲੈ ਸਕਦੇ ਹਾਂ। ਆਰਟੀਕਲ 368 ਦੇ ਤਹਿਤ ਸੰਵਿਧਾਨ ਦੇ ਭਾਗ 20 ਦੇ ਵਿੱਚ, ਉਸ ਦੇ ਤਹਿਤ 50 ਦੇ ਵਿੱਚ ਆਪਣਾ ਸੰਵਿਧਾਨ ਲਾਗੂ ਹੋਇਆ ਤਾਂ ਅਗਲੇ ਹੀ ਸਾਲ 1951 ਦੇ ਵਿੱਚ ਪਹਿਲੀ ਸੋਧ ਕੀਤੀ ਗਈ। ਉਸ ਦੇ ਰਾਹੀਂ ਸੰਵਿਧਾਨ ਦੇ ਵਿੱਚ ਅਨੁਸੂਚੀ ਜੋੜੀ ਗਈ 9ਵੀਂ, ਜੋ ਕਿ ਭੂਮੀ ਸੁਧਾਰਾਂ ਨਾਲ ਸੰਬੰਧਿਤ ਹੈ। 10ਵੀਂ ਅਨੁਸੂਚੀ, ਇਹ ਦਲ ਬਦਲੀ ਨਾਲ ਸੰਬੰਧਿਤ ਹੈ। ਇਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ 52ਵੀਂ ਸੋਧ 1985 ਰਾਹੀਂ ਜੋੜਿਆ ਗਿਆ ਸੀ। ਪਹਿਲਾਂ ਜੋ MLA MP ਹੁੰਦਾ ਸੀ ਉਹ ਆਪਣੀ ਜਿੱਤ ਤੋਂ ਬਾਅਦ ਕਿਸੇ ਵੀ ਪਾਰਟੀ ਵਿੱਚ ਜਾ ਸਕਦਾ ਸੀ, ਉਸ ਦੀ ਮੈਂਬਰਸ਼ਿਪ ਰਹਿੰਦੀ ਸੀ, ਪਰੰਤੂ 52ਵੀਂ ਸੋਧ 1985 ਰਾਹੀਂ ਉਸ ਦੀ ਇਸ ਸਦੱਸਤਾ ਨੂੰ ਖਤਮ ਕੀਤਾ ਜਾਊਗਾ ਜੇਕਰ ਉਹ ਪਾਰਟੀ ਨੂੰ ਛੱਡ ਕੇ ਜਾ ਰਿਹਾ ਹੈ। 11ਵੀਂ ਅਨੁਸੂਚੀ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ। ਇਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ 73ਵੀਂ ਸੋਧ 1992 ਰਾਹੀਂ ਸੰਵਿਧਾਨ ਦੇ ਭਾਗ 9 ਵਿੱਚ ਜੋੜਿਆ ਗਿਆ ਹੈ। ਪੰਚਾਇਤੀ ਰਾਜ ਨੂੰ ਲਾਗੂ ਕੀਤਾ ਗਿਆ 24 ਅਪ੍ਰੈਲ 1993 ਨੂੰ। ਇਸੇ ਕਰਕੇ 24 ਅਪ੍ਰੈਲ ਨੂੰ ਪੰਚਾਇਤੀ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦੇ ਨਾਲ ਸੰਬੰਧਿਤ ਆਰਟੀਕਲ ਹਨ 243 ਤੋਂ ਲੈ ਕੇ 243 O ਤੱਕ। ਪੰਚਾਇਤੀ ਰਾਜ ਨਾਲ ਸੰਬੰਧਿਤ ਕਮੇਟੀਆਂ ਬਲਵੰਤ ਰਾਏ ਮਹਿਤਾ ਕਮੇਟੀ, ਜਿਸ ਨੂੰ ਪੰਚਾਇਤੀ ਰਾਜ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ, 1957 ਦੇ ਵਿੱਚ ਬਣੀ ਸੀ ਅਤੇ 1959 ਦੇ ਵਿੱਚ 2 ਅਕਤੂਬਰ 1959 ਦੇ ਵਿੱਚ ਪਹਿਲੀ ਵਾਰ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਵਿੱਚ ਪੰਚਾਇਤ ਬਣੀ ਸੀ, ਜਿਸ ਦਾ ਉਦਘਾਟਨ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਦੂਜੀ ਕਮੇਟੀ ਅਸ਼ੋਕ ਮਹਿਤਾ ਕਮੇਟੀ 1977। ਇਹਦੇ ਲਈ ਇਹ ਗੱਲ ਹੈ ਕਿ ਇਸ ਕਮੇਟੀ ਨੇ 3 ਟਾਈਪ ਸਿਸਟਮ ਦੀ ਥਾਂ 'ਤੇ 2 ਟਾਈਪ ਸਿਸਟਮ ਦੀ ਗੱਲ ਕੀਤੀ ਸੀ। GVK ਰਾਓ ਕਮੇਟੀ 1985 ਦੇ ਵਿੱਚ, LM ਸਿੰਘਵੀ ਕਮੇਟੀ 1986 ਦੇ ਵਿੱਚ। 2 ਉਪ ਕਮੇਟੀਆਂ ਵੀ ਬਣੀਆਂ ਸੀ, ਥੁੰਗਣ ਕਮੇਟੀ ਅਤੇ ਗੌਡਗਿੱਲ ਕਮੇਟੀ। ਇਹ ਦੋਨੋਂ ਕਮੇਟੀਆਂ ਉਪ ਕਮੇਟੀਆਂ ਸੀ, 1988 ਦੇ ਵਿੱਚ ਬਣੀ ਸੀ। ਭਾਰਤ ਦਾ ਜਿਹੜਾ ਪੰਚਾਇਤੀ ਰਾਜ ਹੈ ਉਹ 3 ਪੱਧਰੀ ਸਿਸਟਮ ਹੈ, 3 ਟਾਈਪ ਸਿਸਟਮ ਹੈ, ਜਿਸ ਦੀ ਸਭ ਤੋਂ ਹੇਠਲੀ ਇਕਾਈ ਗ੍ਰਾਮ ਪੰਚਾਇਤ ਹੈ, ਜਿਸ ਦਾ ਮੁਖੀ ਸਰਪੰਚ ਹੁੰਦਾ ਹੈ, ਜਿਸ ਨੂੰ ਗ੍ਰਾਮ ਸਭਾ ਦੇ ਮੈਂਬਰ ਚੁਣਦੇ ਨੇ। ਬਲਾਕ ਸੰਮਤੀ ਦੇ ਮੁਖੀ ਨੂੰ ਚੇਅਰਮੈਨ ਕਿਹਾ ਜਾਂਦਾ ਹੈ ਅਤੇ ਪੰਚਾਇਤੀ ਰਾਜ ਦੀ ਸਭ ਤੋਂ ਉੱਪਰਲੀ ਸੰਸਥਾ ਜ਼ਿਲ੍ਹਾ ਪ੍ਰੀਸ਼ਦ ਹੈ, ਜਿਸ ਦੇ ਮੁਖੀ ਨੂੰ ਚੇਅਰਮੈਨ ਕਿਹਾ ਜਾਂਦਾ ਹੈ। ਪੰਚਾਇਤੀ ਰਾਜ ਨੂੰ 29 ਵਿਸ਼ੇ ਦਿੱਤੇ ਗਏ ਹਨ ਅਤੇ ਆਰਟੀਕਲ 243 ਤੋਂ 243 O ਤੱਕ ਹੈ। ਇਹਨਾਂ ਬਾਰੇ ਚਰਚਾ ਆਪਾਂ ਪੰਚਾਇਤੀ ਰਾਜ ਪੜ੍ਹਨ ਵੇਲੇ ਕਰਾਂਗੇ। 12ਵੀਂ ਅਨੁਸੂਚੀ, ਇਹ ਸ਼ਹਿਰੀ ਸ਼ਾਸਨ ਵਿਵਸਥਾ ਨਾਲ ਸੰਬੰਧਿਤ ਹੈ। ਇਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ 74ਵੀਂ ਸੋਧ 1992 ਰਾਹੀਂ ਜੋੜਿਆ ਗਿਆ, ਜੋ ਭਾਰਤੀ ਸੰਵਿਧਾਨ ਦੇ ਭਾਗ 9A ਵਿੱਚ ਦਰਜ ਹੈ। ਇਸ ਦੇ ਆਰਟੀਕਲ 243P ਤੋਂ ਲੈ ਕੇ 243ZG ਤੱਕ ਹੈ ਅਤੇ ਇਸ ਸੋਧ ਨੂੰ ਲਾਗੂ ਕੀਤਾ ਗਿਆ 1 ਜੂਨ 1993 ਨੂੰ। ਇਹ ਵੀ 3 ਪੱਧਰੀ ਸਿਸਟਮ ਹੈ। ਸਭ ਤੋਂ ਨਿਚਲਾ ਪੱਧਰ ਹੈ ਗ੍ਰਾਮ ਪੰਚਾਇਤ, ਜਿਸ ਦੇ ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਹੈ। ਨਗਰ ਪਾਲਿਕਾ ਦੇ ਮੁਖੀ ਨੂੰ ਵੀ ਪ੍ਰਧਾਨ ਕਿਹਾ ਜਾਂਦਾ ਹੈ ਅਤੇ ਸ਼ਹਿਰੀ ਸ਼ਾਸਨ ਦੀ ਸਭ ਤੋਂ ਉੱਚੀ ਸੰਸਥਾ ਨਗਰ ਨਿਗਮ, ਜ਼ਿਲ੍ਹਾ ਪ੍ਰੀਸ਼ਦ ਨਹੀਂ ਹੈ, ਨਗਰ ਨਿਗਮ ਹੈ। ਨਗਰ ਨਿਗਮ ਦੇ ਮੁਖੀ ਨੂੰ ਮੇਅਰ ਕਿਹਾ ਜਾਂਦਾ ਹੈ ਜਾਂ ਮਹਾਪੌਰ ਕਿਹਾ ਜਾਂਦਾ ਹੈ। ਇਸ ਨੂੰ ਠੀਕ ਕਰ ਲੈਣਾ। ਜ਼ਿਲ੍ਹਾ ਪ੍ਰੀਸ਼ਦ PDF ਦੇ ਵਿੱਚ ਤੁਹਾਨੂੰ ਸਹੀ ਕਰਕੇ ਦਿੱਤਾ ਜਾਊਗਾ।
ਇਸ ਕਲਾਸ ਦੀ PDF ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਦਿੱਤੀ ਜਾਵੇਗੀ। ਜੇਕਰ ਕਲਾਸ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਜੇਕਰ ਕਿਸੇ ਨੇ ਫਾਇਰਮੈਨ ਦੇ ਪੇਪਰ ਨੂੰ ਦੇਣਾ ਹੈ ਤਾਂ ਉਸ ਦੀ ਇੱਕ ਮੈਰਾਥਨ ਤਿਆਰ ਹੋ ਰਹੀ ਹੈ, ਜੋ ਮੰਡੇ ਜਾਂ ਸੰਡੇ ਅਪਲੋਡ ਕੀਤੀ ਜਾਊਗੀ, ਜੋ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਕਲਾਸ ਨੂੰ ਬਣਾਇਆ ਗਿਆ ਹੈ। ਉਸ ਨੂੰ ਵੇਖਣਾ ਅਤੇ ਬਾਕੀ ਚੈਨਲ ਨੂੰ ਜਿਵੇਂ ਸਪੋਰਟ ਕਰ ਰਹੇ ਹੋ ਉੱਦਾਂ ਕਰਦੇ ਰਹਿਣਾ। ਧੰਨਵਾਦ।